ਅਨੰਦਪੁਰ ਮਤੇ ਦੇ ਵਿੱਚ ਜਿਹੜੀ ਉਹਨਾਂ ਦੀ ਪੰਜਵਾਂ ਕੈਜੂਅਲ ਆ ਉਹਦੇ ਵਿੱਚ ਇਹ ਗੱਲ ਜਿਹੜੀ ਆ ਲਿਖੀ ਜਾਂਦੀ ਹੈ ਕਿ ਕਿਸਾਨ ਪੰਜਾਬ ਦੀ ਜਿਹੜੀਆਂ ਫਸਲਾਂ ਨੇ ਉਹਦਾ ਮੁੱਲ ਜਿਹੜਾ ਆ ਪੰਜਾਬ ਸਰਕਾਰ ਤੈਅ ਕਰੂਗੀ। ਤੁਹਾਨੂੰ ਨਹੀਂ ਲੱਗਦਾ ਵੀ ਅਨੰਦਪੁਰ ਮਤੇ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ? ਔਰ ਜੇ ਇਹ ਮੂਵਮੈਂਟ ਇਸੇ ਤਰੀਕੇ ਨਾਲ ਅੱਗੇ ਵਧਦੀ ਰਹੀ ਤਾਂ ਸਰਕਾਰ ਨੇ ਇਸ ਨੂੰ ਪ੍ਰੋਪਰਲੀ ਰਿਸਪੌਂਡ ਨਾ ਕੀਤਾ ਤਾਂ ਹੋ ਸਕਦਾ ਕਿ ਇੱਕ ਨੈਕਸਟ ਸਟੇਜ ਜਿਹੜੀ ਹਾਇਰ ਸਟੇਜ ਆ ਕਿ ਇਹਦੇ ਰਾਜਨੀਤਿਕ ਰੰਗ ਵੀ ਆ ਜਾਣ। 140 ਕੁ ਬਲਾਕ ਹੈਗੇ ਆ, ਜਾਣੀ ਜੇ 100 ਮੁਜ਼ਾਹਰੇ ਕੀਤੇ ਆ ਤੇ ਉਹਨਾਂ ਦੇ ਹਰ ਜਗ੍ਹਾ ਤੇ ਸਾਡੇ 4-5 ਬੰਦੇ ਇਹੋ ਜਿਹੇ ਹੋਣੇ ਚਾਹੀਦੇ ਆ ਜਿਹੜੇ ਵਿਜੀਲੈਂਟ ਹੋਣ ਕਿ ਕੋਈ ਵੀ ਇਹੋ ਜਿਹੀ ਗੱਲ ਨਾ ਹੋਵੇ। ਤਾਂ ਫਿਰ ਇਹ ਅਗਲੀ ਸਟੇਜ ਇਹੋ ਹੁੰਦੀ ਆ ਕਿ ਫਿਰ ਰਾਜਨੀਤਿਕ ਮੰਗਾਂ ਸ਼ੁਰੂ ਹੋ ਜਾਂਦੀਆਂ, ਸਾਡੇ ਹੱਕ ਇੱਥੇ ਰੱਖ। ਕਿਸਾਨ ਇਹੀ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਖੇਤੀ ਨੂੰ ਖਤਮ ਕਰਨ ਵਾਲੇ ਉਹ ਵਾਪਸ ਲਏ ਜਾਣ, ਸਾਨੂੰ MSP ਦੀ ਗਰੰਟੀ ਹੋਵੇ ਔਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ RSS ਦਾ ਜਿਹੜਾ ਏਜੰਡਾ 2022 ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦਾ ਪੰਜਾਬ ਦੇ ਵਿੱਚ ਉਹੀ ਪੱਤਾ ਜਿਹੜਾ ਆਰਡੀਨੈਂਸ ਦੇ ਰੂਪ ਦੇ ਵਿੱਚ ਖੇਡਿਆ ਜਾ ਰਿਹਾ? ਜ਼ਿੰਦਾਬਾਦ ਚੈਨਲ ਤੇ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਿਮਰਨਜੀਤ ਸਿੰਘ ਸਿਮਰਾ ਸਵਾਗਤ ਕਰਦਾ। ਅੱਜ ਅਸੀਂ ਮੌਜੂਦ ਹਾਂ ਪੰਜਾਬ ਕਿਸਾਨ ਭਵਨ ਦੇ ਵਿੱਚ ਚੰਡੀਗੜ੍ਹ ਵਿਖੇ। ਤਾਂ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ, ਸਿਆਸੀ ਮਸਲਿਆਂ ਦੇ ਮਾਹਰ ਨੇ। ਪ੍ਰੋਫੈਸਰ ਸਾਹਿਬ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਤਾਂ ਪੰਜਾਬ ਦੇ ਵਿੱਚ ਇੱਕ ਐਜੀਟੇਸ਼ਨ ਚੱਲ ਰਹੀ ਹੈ ਖੇਤੀ ਆਰਡੀਨੈਂਸ ਨੂੰ ਲੈ ਕੇ। ਪੰਜਾਬ ਜਿਹੜਾ ਆ ਸਮੁੱਚਾ ਇੱਕ ਵੱਡੇ ਮੁਹਿੰਮ ਦਾ ਹਿੱਸਾ ਬਣ ਚੁੱਕਿਆ। ਵੱਡੀ ਮੁਹਿੰਮ ਜਿਹੜੀ ਆ ਆਪਣੇ ਜੋਬਨ ਦੇ ਉੱਤੇ ਆ ਇਹ ਖੇਤੀ ਆਰਡੀਨੈਂਸ ਦੇ ਵਿਰੋਧ ਦੇ ਵਿੱਚ ਸਾਰਾ ਪੰਜਾਬ ਹੀ ਲਾਮਬੰਦ ਹੋ ਚੁੱਕਿਆ। ਕਿਤੇ ਨਾ ਕਿਤੇ ਜੇ ਅੱਜ ਦੀਪ ਸਿੱਧੂ ਦੀ ਗੱਲ ਕਰ ਲਈਏ ਤਾਂ ਵੱਖਰੇ ਪੱਧਰ ਤੇ ਉਹ ਪ੍ਰੋਟੈਸਟ ਕਰ ਰਹੇ ਨੇ, ਅਨੰਦਪੁਰ ਮਤੇ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰ ਰਹੇ ਨੇ। ਤੁਹਾਡੀ ਜਿਹੜੀ ਦੂਰਅੰਦੇਸ਼ੀ ਆ ਉਹ ਇਸ ਨੂੰ ਕਿਵੇਂ ਦੇਖਦੀ ਹੈ? ਦੇਖੋ, ਇਹ ਜਿਹੜੇ ਕਿਸਾਨ ਆ, ਜਿਹੜਾ ਮੁੱਖ ਧਾਰਾ ਆ ਮੂਵਮੈਂਟ ਦਾ, ਉਹ ਤੇ ਕਿਸਾਨ ਹੀ ਹੈਗੇ। ਕਿਸਾਨਾਂ ਦੇ ਨਾਂ ਦੇ ਉੱਤੇ ਕਈ ਹੋਰ ਵੀ ਮੂਵਮੈਂਟਾਂ ਚੱਲਣਗੀਆਂ ਔਰ ਜੇ ਇਹ ਮੂਵਮੈਂਟ ਇਸੇ ਤਰੀਕੇ ਨਾਲ ਅੱਗੇ ਵਧਦੀ ਰਹੀ ਤਾਂ ਸਰਕਾਰ ਨੇ ਇਸ ਨੂੰ ਪ੍ਰੋਪਰਲੀ ਰਿਸਪੌਂਡ ਨਾ ਕੀਤਾ ਤਾਂ ਹੋ ਸਕਦਾ ਕਿ ਇੱਕ ਨੈਕਸਟ ਸਟੇਜ ਜਿਹੜੀ ਹਾਇਰ ਸਟੇਜ ਆ ਕਿ ਇਹਦੇ ਰਾਜਨੀਤਿਕ ਰੰਗ ਵੀ ਆ ਜਾਣ। ਪਰ ਹਾਲ ਦੀ ਘੜੀ ਮੁੱਖ ਜਿਹੜੀ ਧਾਰਾ ਹੈਗੀ ਆ ਉਹ ਕਿਸਾਨ ਇਹੀ ਚਾਹੁੰਦੇ ਆ ਕਿ ਸਾਡੀਆਂ ਮੰਗਾਂ ਜਿਹੜੇ ਕਾਲੇ ਕਾਨੂੰਨ ਲਿਆਂਦੇ ਆ ਖੇਤੀ ਨੂੰ ਖਤਮ ਕਰਨ ਵਾਲੇ ਉਹ ਵਾਪਸ ਲਏ ਜਾਣ, ਸਾਨੂੰ MSP ਦੀ ਗਰੰਟੀ ਹੋਵੇ ਔਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ। ਤਾਂ ਪ੍ਰੋਫੈਸਰ ਸਾਹਿਬ, ਜੇ ਅਨੰਦਪੁਰ ਮਤੇ ਦੀ ਵੱਖ-ਵੱਖ ਪਾਰਟੀਆਂ ਗੱਲ ਕਰ ਰਹੀਆਂ ਨੇ, ਚਾਹੇ ਉਹ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਦੀਪ ਸਿੱਧੂ ਹੈ, ਕਿਤੇ ਨਾ ਕਿਤੇ ਉਹ ਇਹ ਆਖ ਰਹੇ ਨੇ ਕਿ ਅਨੰਦਪੁਰ ਮਤੇ ਨਾਲ ਹੀ ਜਿਹੜਾ ਆ ਅਨੰਦਪੁਰ ਮਤੇ ਦੇ ਵਿੱਚ ਜਿਹੜੀ ਉਹਨਾਂ ਦੀ ਪੰਜਵਾਂ ਕੈਜੂਅਲ ਆ ਉਹਦੇ ਵਿੱਚ ਇਹ ਗੱਲ ਜਿਹੜੀ ਆ ਲਿਖੀ ਜਾਂਦੀ ਹੈ ਕਿ ਕਿਸਾਨ ਪੰਜਾਬ ਦੀ ਜਿਹੜੀਆਂ ਫਸਲਾਂ ਨੇ ਉਹਦਾ ਮੁੱਲ ਜਿਹੜਾ ਆ ਪੰਜਾਬ ਸਰਕਾਰ ਤੈਅ ਕਰੂਗੀ। ਤੁਹਾਨੂੰ ਨਹੀਂ ਲੱਗਦਾ ਵੀ ਅਨੰਦਪੁਰ ਮਤੇ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ? ਅਨੰਦਪੁਰ ਸਾਹਿਬ ਦੇ ਮਤੇ ਤੇ ਦੇਖੋ, ਉਹ ਤੇ ਅਕਾਲੀਆਂ ਦੇ ਵੀ ਦਸਤਖਤ ਹੈਗੇ ਆ ਔਰ ਉਹ ਇੱਕ ਮਤਾ ਨਹੀਂ, ਕਈ ਵਾਰੀ ਉਹ ਚੇਂਜ ਵੀ ਹੋਇਆ। ਅੱਗੇ ਵੀ ਸੋਚਦੇ ਆ ਕਿ ਜਿਹੜੀ ਕਨਫੈਡਰੇਸੀ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੈਗੀ, ਹਰ ਸੂਬੇ ਦਾ ਇੱਕ ਆਪਣਾ ਝੰਡਾ ਵੀ ਹੈਗਾ ਉੱਥੇ ਔਰ ਉਹਨਾਂ ਦੀ ਕਾਫੀ ਆਟੋਨਮੀ ਆ। ਪਰ ਨਾਲ ਹੀ ਜਿਸ ਤਰ੍ਹਾਂ ਰਿਜ਼ਰਵ ਬੈਂਕ ਆ ਸਾਡੀ, ਉਹਨਾਂ ਦੀ ਫੈਡਰਲ ਬੈਂਕ ਹੈਗੀ ਆ, ਉਹ ਡਿਫੈਂਸ ਆ, ਫੋਰਨ ਹੈ, ਇਹ ਕਰੰਸੀ ਕਮਿਊਨੀਕੇਸ਼ਨ ਇਹ ਕਾਮਨ ਹੈਗਾ ਸੈਂਟਰ ਦੇ ਵੱਲੋਂ। ਸਾਡਾ ਅਸਲ 'ਚ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਦਿੱਤੇ ਆ ਇਹ ਯੂਨੀਅਨ ਆਫ ਸਟੇਟਸ ਆ। ਉੱਥੇ ਯੂਨੀਅਨ ਆਫ ਸਟੇਟਸ ਦੀ ਲਿਖਣ ਦੀ ਜਗ੍ਹਾ, ਹਾਲਾਂਕਿ ਇਹਦੇ ਤੋਂ ਇਹ ਤੇ ਲੱਗਦਾ ਕਿ ਸਾਡਾ ਫੈਡਰਲ ਢਾਂਚਾ, ਪਰ ਉਹ ਸਟੇਟਸ ਨੂੰ ਹਟਾ ਕੇ ਯੂਨਿਟਰੀ ਸਰਕਾਰ ਜਿਹੜੀ ਆ, ਯੂਨਿਟਰੀ ਗਵਰਨਮੈਂਟ, ਯੂਨਿਟਰੀ ਦਾ ਮਤਲਬ ਸੈਂਟਰਲਾਈਜ਼, ਹਾਈਲੀ ਜਿਹਦਾ ਬਹੁਤ ਜ਼ਿਆਦਾ ਕੇਂਦਰੀਕਰਨ ਹੋਵੇ, ਛਿੱਲ ਕੇ ਬਸ ਇੰਨਾ ਕੁ ਰਹਿਣ ਦਿੱਤਾ, ਬਾਕੀ ਸਾਰਾ ਸੈਂਟਰ ਪਾਵਰ ਜਿਹੜੀਆਂ ਲਿਜਾ ਰਹੀ ਹੈ। ਇਹੀ ਕਾਰਨ ਹੈ ਕਿ ਐਗਰੀਕਲਚਰ ਦੇ ਉੱਤੇ ਹਮਲਾ ਕੀਤਾ ਗਿਆ ਔਰ ਸੈਂਟਰ 'ਚੋਂ ਹਮਲਾ ਹੋਇਆ ਜਦ ਕਿ ਸਟੇਟ ਸਬਜੈਕਟ ਆ। ਇਹ ਸਟੇਟ ਦੀ ਜਿਹੜੀ ਲਿਸਟ ਹੁੰਦੀ ਉਹਦੇ 'ਚ ਆ, ਕੁਛ ਇਹ 'ਚੋਂ ਹਿੱਸਾ ਇਹਨਾਂ ਨੇ ਹੌਲੀ ਜੀ ਕਨਕਰੈਂਟ ਲਿਸਟ 'ਚ ਲੈ ਗਏ, ਜਿਵੇਂ ਆਈਟਮ ਨੰਬਰ 33 ਆ, ਤਾਂ ਉਹਦੇ 'ਚੋਂ ਆਪਣੇ ਤੌਰ ਤੇ ਦਿੱਲੀ ਦੇ ਵਿੱਚੋਂ ਯੂਨੀਅਨ ਗਵਰਨਮੈਂਟ ਵੱਲੋਂ ਸਾਰੇ ਸੂਬਿਆਂ ਦੇ ਉੱਤੇ ਇੱਕ ਕਿਸਮ ਦੇ ਡਰੈਕੋਨੀਅਨ ਲਾਅ ਲਿਆ ਕੇ ਉਹ ਐਕਟ ਬਣਾ ਕੇ ਉਹਨਾਂ ਦੇ ਸਿਰ ਤੇ ਥੋਪ ਦਿੱਤੇ। ਹੁਣ ਇਹਨਾਂ ਗੱਲਾਂ 'ਚੋਂ ਜਿਹੜੀ ਤੁਸੀਂ ਗੱਲ ਕਹਿੰਦੇ ਆ ਤੇ ਕੁਦਰਤੀ ਅਗਲਾ ਸਟੈਪ ਇਹ ਨਿਕਲਦਾ ਆ ਕਿ ਦੇਸ਼ ਦੇ ਅੰਦਰ ਫੈਡਰਲ ਢਾਂਚਾ ਮਜ਼ਬੂਤ ਹੋਣਾ ਚਾਹੀਦਾ ਤੇ ਫੈਡਰਲ ਦਾ ਮਤਲਬ ਸੰਘੀ ਢਾਂਚਾ ਜਿਹਦੇ ਵਿੱਚ ਸੂਬਿਆਂ ਦੇ ਵੱਧ ਅਧਿਕਾਰ ਹੋਣੇ ਚਾਹੀਦੇ ਆ, ਭਾਵੇਂ ਉਹ ਅਕਾਲੀ ਦਲ ਮਾਨ ਹੋਵੇ, ਦੀਪ ਸਿੱਧੂ ਹੋਵੇ, ABC ਜਾਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਹੋਵੇ ਜਾਂ ਅਸੀਂ ਹੋਈਏ। ਹੋ ਸਕਦਾ ਆਉਣ ਵਾਲੇ ਸਮੇਂ 'ਚ ਜੇ ਸਰਕਾਰਾਂ ਇਸ ਤਰ੍ਹਾਂ ਹੀ ਅਵੇਸਲੀਆਂ ਰਹੀਆਂ, ਕੰਨ ਬੰਦ ਕਰਕੇ, ਅੱਖਾਂ ਬੰਦ ਕਰਕੇ ਕੋਈ ਵੀ ਰਿਸਪੌਂਡ ਲੋਕਾਂ ਦੇ ਇਹਨਾਂ ਮੰਗਾਂ ਨੂੰ ਜਾਂ ਲੋਕਾਂ ਦੀਆਂ ਜਿਹੜੀਆਂ ਰੋਜ਼ਮਰਾ ਜੀਵਨ ਦੀਆਂ ਇੰਪਲਾਇਮੈਂਟ ਦੀਆਂ ਯੂਥ ਦੀਆਂ ਮੰਗਾਂ ਉਹਨਾਂ 'ਤੇ ਧਿਆਨ ਨਾ ਦਿੱਤਾ ਤਾਂ ਫਿਰ ਇਹ ਅਗਲੀ ਸਟੇਜ ਇਹੋ ਹੁੰਦੀ ਆ ਕਿ ਫਿਰ ਰਾਜਨੀਤਿਕ ਮੰਗਾਂ ਸ਼ੁਰੂ ਹੋ ਜਾਂਦੀਆਂ, ਸਾਡੇ ਹੱਕ ਇੱਥੇ ਰੱਖ।
ਤਾਂ ਪ੍ਰੋਫੈਸਰ ਸਾਹਿਬ ਕੱਲ ਵੀ ਜਿਹੜਾ ਆ ਜਦੋਂ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਕੇਂਦਰ ਦੇ ਜਿਹੜੇ ਮੰਤਰੀ ਆ ਮੀਟਿੰਗ ਦੇ ਵਿੱਚ ਨਹੀਂ ਆਉਂਦੇ ਤਾਂ ਕਿਸਾਨ ਜਥੇਬੰਦੀਆਂ ਆਖਦੀਆਂ ਨੇ ਕਿ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ। ਤੁਸੀਂ ਕਿਹਾ ਕਿ ਨੈਕਸਟ ਸਟੇਜ ਜਿਹੜੀਆਂ ਰਾਜਨੀਤਿਕ ਮੰਗਾਂ ਜਿਹੜੀਆਂ ਆ ਉਹ ਮੰਗੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ। ਉਸ ਤੋਂ ਬਾਅਦ ਅੱਜ ਜਿਹੜਾ ਆ ਸਾਰੇ ਦਿੱਲੀ ਵੀ ਕਿਤੇ ਨਾ ਕਿਤੇ ਵੱਧ ਅਧਿਕਾਰਾਂ ਦੀ ਮੰਗ ਕਰ ਰਿਹਾ ਹੈ। ਕੇਜਰੀਵਾਲ ਵੀ ਵੱਧ ਅਧਿਕਾਰਾਂ ਦੀ ਜਿਹੜੀ ਆ ਮੰਗ ਕਰਦੇ ਨਜ਼ਰ ਆਏ ਸੀਗੇ ਪਿਛਲੇ ਦਿਨੀ। ਤਾਂ ਕਿਤੇ ਨਾ ਕਿਤੇ ਜੇ ਅੱਜ ਗੱਲ ਕਰੀਏ ਆਪਾਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਅੱਜ ਜਿਹੜਾ ਆ ਸਾਰੀਆਂ ਜਥੇਬੰਦੀਆਂ ਪੰਜਾਬ ਦੀਆਂ ਕਾਫੀ ਜਥੇਬੰਦੀਆਂ ਜਿਹੜੀਆਂ ਆ ਮੰਗ ਕਰ ਰਹੀਆਂ ਨੇ। ਤੁਸੀਂ ਵੀ ਕਿਹਾ ਕਿ ਮੌਕੇ ਦੀ ਜਿਹੜੀ ਲੋੜ ਹੈ ਵੱਧ ਅਧਿਕਾਰਾਂ ਦੀ ਮੰਗ ਜਿਹੜੀ ਸਟੇਟਾਂ ਨੂੰ ਉਹ ਲੋੜ ਆ ਹੁਣ ਮੌਕੇ ਦੀ। ਅੱਜ ਜੇ ਆਪਾਂ ਗੱਲ ਕਰੀਏ ਕਿ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਦੇ ਵਿੱਚ ਜਿਹੜਾ ਆ ਬੇਅਦਬੀ ਹੁੰਦੀ ਆ ਜਾਂ ਅਸ਼ਵਨੀ ਸ਼ਰਮਾ ਦੇ ਉੱਤੇ ਜਿਹੜਾ ਆ ਹਮਲਾ ਹੁੰਦਾ, ਕਿਤੇ ਨਾ ਕਿਤੇ ਸਰਕਾਰ ਜਾਂ ਏਜੰਸੀਆਂ ਇਹੋ ਜਿਹੀ ਸਥਿਤੀ ਪੈਦਾ ਕਰਕੇ ਤਣਾਅਪੂਰਨ ਸਥਿਤੀ ਪੈਦਾ ਕਰਕੇ ਸੰਘਰਸ਼ ਨੂੰ ਫੇਲ ਕਰਨ ਦੇ ਲਈ ਐਮਰਜੈਂਸੀ ਤਾਂ ਨਹੀਂ ਲਾ ਸਕਦੀਆਂ। ਉਸ ਨੂੰ ਨਜਿੱਠਣ ਦੇ ਲਈ ਸਾਡੇ ਕੀ ਮਤਲਬ ਬੀ ਪਲਾਨ ਸਾਡੇ ਕੀ ਹੋਣੇ ਚਾਹੀਦੇ ਨੇ? ਨਹੀਂ ਦੇਖੋ, ਤੁਸੀਂ ਬਹੁਤ ਸਾਰੇ ਕੁਐਸਚਨ ਜਿਹੜੇ ਇਹਨਾਂ ਵਿੱਚ ਰਲ ਗੱਡ ਜੇ ਹੋ ਗਏ। ਇੱਕ ਤੇ ਕੇਜਰੀਵਾਲ ਕਦੋਂ ਫੈਡਰਲ ਢਾਂਚਾ ਚਾਹੁੰਦਾ, ਉਹ ਪੂਰਨ ਸਟੇਟ ਕਰਾਰ ਦਿੱਤਾ ਜਾਏ। ਉੱਥੇ ਦੀ ਜਿਹੜੀ ਗਵਰਨਮੈਂਟ ਹੈ ਉਹ ਲੰਗੜੀ ਗਵਰਨਮੈਂਟ ਹੈ, ਬਹੁਤ ਸਾਰੀਆਂ ਪਾਵਰਾਂ ਪੁਲਿਸ ਦੀਆਂ ਹੋਰ ਦੀਆਂ, ਉਹ ਸੈਂਟਰਲ ਗਵਰਨਮੈਂਟ ਹੈ ਕਿਉਂਕਿ ਸੈਂਟਰ ਦੀ ਗਵਰਨਮੈਂਟ ਉੱਥੇ ਬੈਠੀ ਹੈ। ਇਸ ਕਰਕੇ ਉਹ ਉਹਨਾਂ ਨੂੰ ਪੂਰੀਆਂ ਪਾਵਰਸ ਨਹੀਂ ਹੈ। ਉਹਨਾਂ ਦੀ ਮੰਗ ਫੈਡਰਲ ਢਾਂਚੇ ਦੀ ਨਹੀਂ ਹੈ। ਇਹ ਤੇ ਜਿਹੜੀਆਂ ਉਹ ਪਾਰਟੀਆਂ ਜਿਨ੍ਹਾਂ ਨੂੰ ਰੀਜਨਲ ਪਾਰਟੀਆਂ ਕਹਿੰਦੇ ਆ, ਅਲੱਗ-ਅਲੱਗ ਇਲਾਕਾਈ ਪਾਰਟੀਆਂ ਜਿਹੜੀਆਂ, ਉਹਨਾਂ ਦੀ ਸਭ ਤੋਂ ਜ਼ਿਆਦਾ ਇਹ ਮੰਗ ਹੈ ਕਿ ਉਹਨਾਂ ਦੇ ਉੱਤੇ ਜਦੋਂ ਡੰਡਾ ਚੱਲਦਾ ਤਾਂ ਉਹ ਫਿਰ ਨੈਸ਼ਨਲ ਪਾਰਟੀਆਂ ਦੇ ਅਗੇਂਸਟ, ਭਾਵੇਂ ਉਹ ਕਾਂਗਰਸ ਆ ਭਾਵੇਂ ਉਹ ਬੀਜੇਪੀ ਆ ਜਾਂ ਹੋਰ ਵੀ ਨੈਸ਼ਨਲ ਪਾਰਟੀਆਂ ਹੋਣਗੀਆਂ, ਖੜੇ ਹੁੰਦੇ ਆ। ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਹਾਂ ਇੱਥੇ ਕੋਈ ਸ਼ਰਾਰਤੀ ਅੰਦਰ ਵੀ ਸਵਾਲ ਮੀਡੀਆ ਦੇ ਵਿੱਚ ਕਿਸਾਨਾਂ ਨੂੰ ਕੀਤੇ ਜਾ ਰਹੇ ਸੀ, ਉਹ ਤੇ ਪੋਸੀਬਿਲਿਟੀ ਹਮੇਸ਼ਾ ਬਣੀ ਰਹੀ। ਵਿਜੀਲੈਂਸ ਕਮੇਟੀਆਂ ਹੈਗੀਆਂ ਆ ਜਾਂ ਘੱਟੋ ਘੱਟ ਜਿੱਥੇ ਵੀ ਅਸੀਂ ਮੁਜ਼ਾਹਰੇ 100 ਜਗ੍ਹਾ ਤੇ ਕੀਤੇ ਆ, 140 ਬਲਾਕ ਹੈਗੇ ਆ, ਜਾਣੀ ਜੇ 100 ਮੁਜ਼ਾਹਰੇ ਕੀਤੇ ਆ ਤੇ ਉਹਨਾਂ ਦੇ ਹਰ ਜਗ੍ਹਾ ਤੇ ਸਾਡੇ 4-5 ਬੰਦੇ ਇਹੋ ਜਿਹੇ ਹੋਣੇ ਚਾਹੀਦੇ ਆ ਜਿਹੜੇ ਵਿਜੀਲੈਂਟ ਹੋਣ ਕਿ ਕੋਈ ਵੀ ਇਹੋ ਜਿਹੀ ਗੱਲ ਨਾ ਹੋਵੇ। ਪਰ ਬੜੀ ਚੰਗੀ ਗੱਲ ਹੈ ਕਿ ਕਿਸਾਨ ਜਥੇਬੰਦੀਆਂ ਆਲਰੇਡੀ ਬਹੁਤ ਸਤਰਕ ਹੈ ਇਹਨਾਂ ਗੱਲਾਂ ਤੋਂ, ਪਰ ਉਹਦੇ ਬਾਵਜੂਦ ਵੀ ਤੁਹਾਨੂੰ ਪਤਾ ਮੇ ਡੇ ਜਿਹੜਾ ਅਸੀਂ ਮਜ਼ਦੂਰਾਂ ਦਾ ਡੇ 1 ਮਈ ਨੂੰ ਮਨਾਉਂਦੇ ਆ, ਉਹ ਹੇ ਮਾਰਕੀਟ ਸ਼ਿਕਾਗੋ ਦੇ ਵਿੱਚ ਸੀ ਤੇ ਉਹਦੇ ਵਿੱਚ ਸਰਕਾਰ ਨੇ ਬੰਬ ਚਲਾ ਕੇ ਵਰਕਰਾਂ ਨੂੰ ਮਾਰਤਾ ਸੀ ਤੇ ਇਹਨਾਂ ਦੇ ਨਾਂ ਤੇ ਲਾਤੇ ਸੀਗੇ ਜਿਹੜੇ ਵਰਕਰ ਐਜੀਟੇਟ ਕਰ ਰਹੇ ਸੀ, 8 ਘੰਟੇ ਦਾ ਦਿਨ ਮੰਗ ਰਹੇ ਸੀ। ਇਸ ਲਈ ਇਹ ਤੇ ਹਮੇਸ਼ਾ ਅੱਜ ਦਾ ਨਹੀਂ, ਪੁਰਾਣੀਆਂ ਸਦੀਆਂ ਤੋਂ ਚੱਲਿਆ ਆ ਰਿਹਾ। ਸਰਕਾਰਾਂ ਇਹ ਕਰਦੀਆਂ, ਪਹਿਲਾਂ ਉਹ ਪਤਿਆਉਂਦੀਆਂ ਆ, ਫਿਰ ਦਬਾਉਂਦੀਆਂ, ਫਿਰ ਉਸ ਨੂੰ ਇਸ ਤਰੀਕੇ ਦੀ ਕੋਈ ਧਮਾਕੇ ਕਰਕੇ ਵਾਇਲੈਂਸ ਕਰਕੇ ਤਾਂ ਉਹ ਹੋਰ ਕਿਸਮ ਦਾ ਆਪਰੇਸ਼ਨ ਵੀ ਜ਼ਿਆਦਾ ਤਿੱਖਾ ਆਰਮੀ ਤੱਕ ਦਾ ਵੀ ਕਰ ਸਕਦੀਆਂ ਹੁੰਦੀਆਂ। ਇਸ ਲਈ ਮੇਰਾ ਤਾਂ ਇੰਨਾ ਹੀ ਕਹਿਣਾ ਆ ਕਿ ਜੇ ਉਹ ਵਾਕਿਆ ਹੀ ਜੋ ਮੌਕਾ ਆਊਗਾ ਉਹ ਦੇਖਿਆ ਜਾਊਗਾ, ਪਰ ਅੱਜ ਦੀ ਤਰੀਕ ਵਿੱਚ ਐਡਾ ਕੋਈ ਤਿੱਖਾ ਪ੍ਰਤੀਕਰਮ ਸੈਂਟਰ ਵੱਲੋਂ ਸੂਬੇ ਪ੍ਰਤੀ ਕਿ ਇੱਥੇ ਕੋਈ ਗਵਰਨਰ ਰਾਜ ਲਾ ਜਾਏ, ਰਾਸ਼ਟਰਪਤੀ ਰਾਜ ਹੋ ਜਾਏ, ਉਹ ਅਜੇ ਕੋਈ ਦੇਖਣ ਨੂੰ ਨਹੀਂ ਮਿਲ ਰਿਹਾ। ਪ੍ਰੋਫੈਸਰ ਸਾਹਿਬ, ਆਖਰੀ ਸਵਾਲ ਜਿਹੜਾ ਮੇਰਾ ਆ, ਕਿਤੇ ਨਾ ਕਿਤੇ ਇਹ ਗੱਲ ਪ੍ਰਚਾਰੀ ਜਾਂਦੀ ਹੈ ਜਾਂ ਸੱਚਮੁੱਚ ਵੀ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਹਿੰਦੁਸਤਾਨ ਗੌਰਮੈਂਟ ਜਿਹੜੀ ਆ ਮਾਈਨੋਰਿਟੀ ਦੇ ਨਾਲ ਸ਼ੁਰੂ ਤੋਂ ਧੱਕਾ ਕਰਦੀ ਆਈ ਹੈ, ਅੱਜ ਵੀ ਜਿਹੜਾ ਹੈ ਉਹ ਧੱਕਾ ਬਰਕਰਾਰ ਆ। ਦਲਿਤ ਲੜਕੀ ਦੇ ਨਾਲ ਹਾਥਰਸ ਕਾਂਡ ਜਿਹੜਾ ਵਾਪਰਦਾ, ਰੇਪ ਹੁੰਦਾ, ਉਸ ਤੋਂ ਬਾਅਦ ਉਹਦੀ ਜ਼ੁਬਾਨ ਤੱਕ ਕੱਟ ਦਿੱਤੀ ਜਾਂਦੀ ਆ। ਯੋਗੀ ਬਿਆਨ ਦਿੰਦੇ ਨੇ ਮੁੱਖ ਮੰਤਰੀ, ਉਹਨਾਂ ਦਾ ਕਹਿਣਾ ਕਿ ਠਾਕੁਰਾਂ ਦਾ ਖੂਨ ਜਿਹੜਾ ਆ ਗਰਮ ਹੁੰਦਾ, ਠਾਕੁਰਾਂ ਤੋਂ ਕਦੇ ਨਾ ਕਦੇ ਗਲਤੀਆਂ ਹੋ ਜਾਂਦੀਆਂ ਨੇ, ਮਾਈਨੋਰਿਟੀ ਦੇ ਨਾਲ ਧੱਕਾ ਹੁੰਦਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ RSS ਦਾ ਜਿਹੜਾ ਏਜੰਡਾ 2022 ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦਾ, ਪੰਜਾਬ ਦੇ ਵਿੱਚ ਉਹੀ ਪੱਤਾ ਜਿਹੜਾ ਆਰਡੀਨੈਂਸ ਦੇ ਰੂਪ ਦੇ ਵਿੱਚ ਖੇਡਿਆ ਜਾ ਰਿਹਾ? ਤੁਸੀਂ ਵੀ ਹੁਣ ਵੀ ਫਿਰ ਦੋ ਸਵਾਲ ਇਕੱਠੇ ਰਲ ਗੱਡ ਹੋ ਗਏ। ਮਾਈਨੋਰਿਟੀ ਕਿਹਨੂੰ ਕਹਿੰਦੇ ਆ? ਇੱਕ ਤੇ ਧਾਰਮਿਕ ਘੱਟ ਗਿਣਤੀਆਂ ਆ, ਇੱਕ ਜਾਤੀਗਤ ਘੱਟ ਗਿਣਤੀਆਂ। ਜਿਹੜਾ ਦਲਿਤ ਦਾ ਮਾਮਲਾ ਉਹ ਜਾਤੀ ਦਾ ਮਾਮਲਾ ਆ ਔਰ ਉਹ ਹੈ ਉਹ ਵੀ ਘੱਟ ਗਿਣਤੀ 'ਚ। ਵੈਸੇ ਜੇ ਉਂਝ ਲਿਆ ਜਾਵੇ ਤੇ ਸਵਾਲ ਠੀਕ ਹੈ। ਜੇ ਆਪਾਂ ਇਸ ਸਵਾਲ ਨੂੰ ਵੀ ਦੇ ਹਿਸਾਬ ਨਾਲ ਤਾਂ 4 ਹੀ ਜਾਤਾਂ ਬਣਦੀਆਂ ਨੇ, ਉਹ ਮਾਈਨੋਰਿਟੀ ਜੇ ਆਪਾਂ ਪਾਸੇ ਰੱਖ ਕੇ, ਜੇ ਜਾਤ ਨੂੰ ਪਾਸੇ ਰੱਖ ਕੇ ਜਾਂ ਘੱਟ ਗਿਣਤੀ ਜੇ ਕੌਮ ਦੇ ਆਧਾਰ ਤੇ ਜਾਂ ਤੁਸੀਂ ਕਿਹਾ ਕਿ ਜਾਤ ਦੇ ਆਧਾਰ ਤੇ ਪਾਸੇ ਰੱਖ ਕੇ ਆਪਾਂ ਗੱਲਬਾਤ ਕਰ ਰਹੇ ਹਾਂ, ਤਾਂ ਉਹ ਤਾਂ ਜਿਹੜਾ ਆ ਸੂਦਰ ਵੈਸ ਹੀ ਉਹ ਕਹਿੰਦੇ ਨੇ। ਹਾਂ ਠੀਕ ਹੈ, ਚਲੋ ਆਪਾਂ ਨੂੰ ਉਸ 'ਤੇ ਗੱਲ ਨਹੀਂ, ਗੱਲ ਠੀਕ ਹੈ ਕਿ ਜੋ ਜਿਸ ਤਰੀਕੇ ਨਾਲ ਦਲਿਤਾਂ ਦੇ ਉੱਤੇ ਇੱਥੇ ਹਮਲੇ ਹੋ ਰਹੇ ਆ, ਅੱਜ ਫਿਰ ਇੱਕ ਉੱਥੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਲੜਕੀ 15 ਸਾਲ ਦੀ ਆ, ਉਹਦੇ ਨਾਲ ਰੇਪ ਹੋਇਆ, ਬੁਰਾ ਆ, ਹੱਥ ਬਾਂਹ ਬੰਨ੍ਹ ਕੇ ਜੰਗਲ 'ਚ ਲਿਜਾ ਕੇ ਰੇਪ ਕਰਕੇ ਉਹਨੂੰ ਟੁੱਟ ਕੇ ਪੁਲਿਸ, ਮਤਲਬ ਇਹ ਰੋਜ਼ ਦਾ ਜੀਵਨ ਆ। ਚੰਗੀ ਗੱਲ ਹੈ ਕਿ ਹੁਣ ਕੇਸ ਜਿਹੜੇ ਸਾਹਮਣੇ ਆਉਣ ਲੱਗ ਪਏ ਆ। ਰਹੀ ਗੱਲ ਘੱਟ ਤੇ ਬਹੁਤ ਗਿਣਤੀ ਦੀ, ਇਹ ਗੱਲ ਠੀਕ ਹੈ ਤੁਹਾਡੀ ਕਿ ਪਹਿਲਾਂ ਨਾਲੋਂ ਤੁਸੀਂ ਕਿ ਹਮੇਸ਼ਾ ਜਿਹੜੀ ਗੌਰਮੈਂਟ ਇਹ ਕਰਦੀ ਰਹੀ ਹੈ, ਦਿੱਲੀ ਵਾਲੀ ਜਾਂ ਕੇਂਦਰੀ ਸਰਕਾਰ ਕਰਦੀ ਤੇ ਰਹੀ ਹੈ, ਪਰ ਇੰਨੇ ਤਿੱਖੇ ਤੌਰ ਤੇ ਸਿੱਧਾ ਇਹ ਕਹਿਣਾ
ਇਹ ਹਿੰਦੂ ਰਾਸ਼ਟਰ ਬਣਾਉਣਾ, ਮੇਰਾ ਖਿਆਲ ਕਾਂਗਰਸ ਨੇ ਜ਼ਰੂਰਤ ਨਹੀਂ ਸੀ ਕੀਤੀ। ਇਹ ਇੰਦਰਾ ਗਾਂਧੀ ਸੀ ਕਿ ਜਿਹਨੇ ਪ੍ਰੀਐਂਬਲ ਨੂੰ ਚੇਂਜ ਕਰਕੇ 42ਵੀਂ ਸੋਧ ਤੋਂ ਬਾਅਦ ਰਾਦਰ ਸੈਕੂਲਰ ਤੇ ਸੋਸ਼ਲਿਸਟ ਦੋ ਸ਼ਬਦ ਪ੍ਰੀਐਂਬਲ 'ਚ ਪਾਏ ਸੀ, ਜਿਹੜੇ ਇਹਨਾਂ ਨੂੰ ਬਹੁਤ ਹੀ ਚੁੱਭਦੇ ਆ ਹੁਣ ਵਾਲੀ ਗੌਰਮੈਂਟ ਨੂੰ ਹੋ ਰਿਹਾ, ਜਾਂ ਉਹਨਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ। ਦੋ ਹੀ ਐਟੀਟਿਊਡ ਆ, ਜਾਂ ਤੇ ਉਹ ਉਹਨਾਂ ਦੀ ਈਨ ਮੰਨ ਲੈਣ, ਭਾਰਤ ਮਾਤਾ ਦੀ ਜੈ ਕਰਨ ਲੱਗ ਜਾਣ, ਜੇ ਉਹ ਨਹੀਂ ਉਹਨਾਂ ਨੇ ਕਰਨਾ, ਜੇ ਬੁੱਲੇ ਸੋ ਨਿਹਾਲ ਦੇ ਨਾਅਰੇ ਲਾਉਣੇ ਆ ਤੇ ਫਿਰ ਤਿਆਰ ਰਹਿਣ ਉਹ ਉਸ ਨੂੰ ਉਸੇ ਤਰੀਕੇ ਦਾ ਬਿਹੇਵੀਅਰ ਵਰਤਾਓ ਉਹਨਾਂ ਦੇ ਨਾਲ। ਤਾਂ ਇਹ ਸੀਗੇ ਸਿਆਸੀ ਮਸਲਿਆਂ ਦੇ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਇਹਨਾਂ ਦਾ ਕਹਿਣਾ ਕਿ ਜਿਹੜੀ ਕੇਂਦਰ ਸਰਕਾਰ ਆ ਸਿੱਧੇ ਰੂਪ ਵਿੱਚ ਇਹ ਆਖ ਰਹੀ ਹੈ ਕਿ ਹਿੰਦੂ ਰਾਸ਼ਟਰ ਅਸੀਂ ਬਣਾਉਣਾ। ਇਹਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਭਾਰਤ ਮਾਤਾ ਜਿਹੜਾ ਆ ਜੈ ਦੇ ਨਾਅਰੇ ਲਾਓ, ਨਹੀਂ ਫਿਰ ਜਿਹੜੇ ਬੋਲੇ ਸੋਨਿਆਲ ਦੇ ਨਾਅਰੇ ਲਾ ਰਹੇ ਆ ਉਹ ਕਿਤੇ ਨਾ ਕਿਤੇ ਸੈਂਟਰ ਸਰਕਾਰ ਜਾਂ RSS ਜਿਹੜੀ ਇਹਨਾਂ ਦੀ ਏਜੰਸੀ ਆ ਉਹ ਕਿਤੇ ਨਾ ਕਿਤੇ ਇਹ ਗੱਲ ਆਖਦੀ ਹੈ ਕਿ ਉਹ ਮੂੰਹ ਦੀ ਖਾਣ ਲਈ ਤਿਆਰ ਰਹਿਣ। ਸਿੱਧਾ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇਹਨਾਂ ਨੂੰ ਲੱਗਦਾ ਹੈ ਕਿ ਖੇਤੀ ਆਰਡੀਨੈਂਸ ਉਸੇ ਦਾ ਹੀ ਇੱਕ ਪੰਜਾਬ ਦੇ ਵਿੱਚ ਇੱਕ ਪੱਤਾ ਖੇਡਿਆ ਗਿਆ। ਮੈਂ ਸਿਮਰਨਜੀਤ ਸਿੰਘ ਸਿਮਰਾ, ਜ਼ਿੰਦਾਬਾਦ ਚੈਨਲ, ਚੰਡੀਗੜ੍ਹ।